गुरु रू प्यारी सात संगत जी, वाहिगुरू जी का खालसा वाहिगुरू जी की फतेह। प्रोफैसर पूरन सिंह जी की एक अमोलक लिखत है जिसका सिरलेख है होती दे संत भाई करम सिंह। आओ प्यार नाल सरवण करन दी कोशिश करिए जी। जदों किसी शिश जां सिख नूं धर्म दी अंतरीव भावना दा पूर्ण ज्ञान हो जाता है तां उसकी आत्मा विस्माद विच विचरदी है। इस परम आनंद की अवस्था विच ਉਹ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਧਿਆਉਂਦਾ ਹੈ। ਇਸ ਤਰ੍ਹਾਂ ਦਾ ਹਰ ਸਿੱਖ ਇੱਕ ਸੰਤ ਹੁੰਦਾ ਹੈ ਜਿਸ ਦਾ ਚਿਹਰਾ ਅਦਿਖ ਦੇਵ ਆਤਮਾਵਾਂ ਦੇ ਪ੍ਰਕਾਸ਼ ਮੰਡਲ ਦੇ ਜਲਾਲ ਨਾਲ ਦਗਦਾ ਹੈ। ਇੱਕ ਸਿੱਖ ਦਾ ਵਿਸ਼ਵਾਸ ਹੈ ਕਿ ਉਹ ਇਕੱਲਾ ਨਹੀਂ, ਉਹ ਕਦੇ ਵੀ ਇਕੱਲਾ ਨਹੀਂ ਹੁੰਦਾ। ਉਸ ਦਾ ਨਿਵਾਸ ਉਸ ਅਨੰਤ ਅਤੇ ਅਸੀਮ ਵਿੱਚ ਹੈ। ਅਣਗਿਣਤ ਜਾਗੀਆਂ ਹੋਈਆਂ ਰੂਹਾਂ ਉਸ ਦਾ ਪਰਿਵਾਰ ਹਨ। ਉਹ ਆਪਣਾ ਅਨੁਭਵ ਦੂਸਰਿਆਂ ਨੂੰ ਭਾਵੇਂ ਨਾ ਦੱਸ ਸਕਦਾ ਹੋਵੇ, ਪਰ ਉਹ ਅਧਿਆਤਮਕ ਰੰਗ ਵਿੱਚ ਰਤਾ ਰਹਿੰਦਾ ਹੈ। ਉਸ ਦੇ ਬੋਲ ਵਿੱਚ ਗੁਰਬਾਣੀ ਦੇ ਅਤੁੱਟ ਕੀਰਤਨ ਦੀ ਧੁਨੀ ਗੂੰਜਦੀ ਹੈ। ਉਹ ਅਕਾਲ ਪੁਰਖ ਦਾ ਜਸ ਗਾਉਂਦਿਆਂ ਉਸੇ ਵਿੱਚ ਲੀਨ ਹੋ ਜਾਂਦਾ ਹੈ। ਕਈ ਵਾਰੀ ਅਜਿਹੀ ਧੁਨੀ ਸਰਵਣ ਕਰਦਿਆਂ ਉਹ ਆਪਣੇ ਮਨ ਅਤੇ ਸਰੀਰ ਦੇ ਬੰਧਨਾਂ ਤੋਂ ਮੁਕਤ ਹੋ ਕੇ ਅਨੰਤ ਤੇ ਅਸੀਮ ਵਿੱਚ ਅਭੇਦ ਹੋ ਜਾਂਦਾ ਹੈ। ਉਹ ਕੰਧ ਨਾਲ ਢਾਸਣਾ ਲਾਈ ਪਿਆ ਹੁੰਦਾ ਹੈ, ਹੱਥ ਢਿੱਲੇ ਪਏ ਹੋਏ, ਅੱਖਾਂ ਮੁੰਦੀਆਂ ਹੋਈਆਂ ਅਤੇ ਦਿਲ ਦੀ ਧੜਕਣ ਜਿਵੇਂ ਬੰਦ ਹੀ ਹੋ ਗਈ ਹੋਵੇ। ਬਸ ਮੋਇਆਂ ਹਾਰ, ਪਰ ਉਸਦੇ ਮਸਤਕ ਵਿੱਚ ਕੋਈ ਜੋਤ ਜਗਦੀ ਹੈ। ਉਹ ਅੰਤਰ ਧਿਆਨ ਹੁੰਦਾ ਹੈ ਅਤੇ ਉਸਦੀ ਆਤਮਾ ਇੱਕ ਪੰਛੀ ਦੀ ਤਰ੍ਹਾਂ ਅਨਹਦ ਨਾਦ ਨਾਲ ਗੂੰਜਦੇ ਅਧਿਆਤਮਕ ਨੀਲ ਗਗਨ ਵਿੱਚ ਤਾਰੀਆਂ ਲਾਉਂਦੀ ਹੈ। ਹਰ ਸਿੱਖ ਪੁਰਸ਼ ਅਤੇ ਇਸਤਰੀ ਗੁਰਮੰਤਰ ਦਾ ਜਾਪ ਕਰਦੇ ਹਨ ਤਾਂ ਜੋ ਉਸ ਗੁੱਝੇ ਪਛਾਣ ਸ਼ਬਦ ਨੂੰ ਪਾ ਸਕਣ ਜਿਸ ਨਾਲ ਆਤਮਾ ਦੇ ਕਵਾੜ ਖੁੱਲ੍ਹ ਜਾਂਦੇ ਹਨ ਅਤੇ ਮਨੁੱਖ ਵਿਸਮਾਦ ਦੀ ਅਵਸਥਾ ਵਿੱਚ ਅਦਿਖ ਦੇਵ ਆਤਮਾਵਾਂ ਦੇ ਪਰਿਵਾਰ ਵਿੱਚ ਜਾ ਸ਼ਾਮਲ ਹੁੰਦਾ ਹੈ। ਅਕਾਲ ਪੁਰਖ ਦਾ ਜਸ ਗਾਇਆਂ ਅਤੇ ਉਸਦੇ ਪ੍ਰਤਾਪ ਤੇ ਧਿਆਨ ਧਾਰਿਆਂ ਮੁਰਦਾ ਰੂਹਾਂ ਵਿੱਚ ਵੀ ਜਾਨ ਫੂਕੀ ਜਾਂਦੀ ਹੈ ਅਤੇ ਆਤਮਾ ਉਸਦੀ ਦਿਵ ਦ੍ਰਿਸ਼ਟੀ ਨਾਲ ਅੰਬਰਾਂ ਵਿੱਚ ਉਡਾਰੀਆਂ ਲਾਉਣ ਲੱਗਦੀ ਹੈ। ਇਹ ਪਰਮ ਆਨੰਦ ਦੀ ਅਵਸਥਾ ਵੀ ਬਹੁਤ ਅਜੀਬ ਹੁੰਦੀ ਹੈ। ਇਸ ਪ੍ਰਾਚੇਤਨਾ ਦੀ ਅਵਸਥਾ ਵਿੱਚ ਅਲੌਕਿਕ ਵੀ ਲੌਕਿਕ ਹੋ ਜਾਂਦਾ ਹੈ। ਪੂਰਨ ਗੁਰਸਿੱਖ ਇਹ ਨਹੀਂ ਜਾਣਦਾ ਕਿ ਉਸਦੇ ਪਰਛਾਵੇਂ ਵਿੱਚ ਵੀ ਜਾਦੂ ਹੁੰਦਾ ਹੈ। ਉਸ ਵਿੱਚੋਂ ਰਹਿਮਤਾਂ ਬਰਸਦੀਆਂ ਹਨ। ਉਸਦੀ ਸੰਗਤ ਵਿੱਚ ਸ਼ਾਂਤੀ ਮਿਲਦੀ ਹੈ ਅਤੇ ਕਾਮਨਾਵਾਂ ਨਾਲ ਲੂਸੀਆਂ ਜਿੰਦਾਂ ਨੂੰ ਵੀ ਤ੍ਰਿਪਤੀ ਅਤੇ ਸਕੂਨ ਮਿਲਦਾ ਹੈ। ਉਸ ਦਾ ਪਰਮ ਆਨੰਦ ਫੈਲਾਣਹਾਰਾ ਹੁੰਦਾ ਹੈ। ਉਸ ਦੇ ਚੁਗਿਰਦੇ ਦੀ ਹਵਾ ਤੇ ਪੱਥਰ ਵੀ ਮੁਗਧ ਹੁੰਦੇ ਹਨ। ਇੱਕ ਸਿੱਖ ਦੀ ਜੀਵਨੀ ਅਜਿਹੀ ਰੂਹ ਦੀ ਜੀਵਨੀ ਹੁੰਦੀ ਹੈ ਜਿਸ ਦੇ ਹਰ ਸਾਹ ਨਾਲ ਪਰਮਾਤਮਾ ਦਾ ਨਾਂ ਗੂੰਜਦਾ ਹੈ। ਉਹ ਰੱਬ ਦਾ ਰੂਪ ਹੀ ਹੁੰਦਾ ਹੈ। ਭਾਈ ਕਰਮ ਸਿੰਘ ਅਫਗਾਨਿਸਤਾਨ ਦੀ ਲੜਾਈ ਵਿੱਚ ਰੁੱਝੀ ਇੱਕ ਰੈਜੀਮੈਂਟ ਦੇ ਸਿਪਾਹੀ ਸਨ। ਰੈਜੀਮੈਂਟ ਦਾ ਡੇਰਾ ਪਿਸ਼ਾਵਰ ਦੇ ਨੇੜੇ ਇੱਕ ਚੌਕੀ ਵਿੱਚ ਸੀ। ਕਬਾਇਲੀਆਂ ਵੱਲੋਂ ਰਾਤ ਸਮੇਂ ਅਚਾਨਕ ਹਮਲੇ ਦਾ ਡਰ ਲੱਗਾ ਰਹਿੰਦਾ ਸੀ। ਇਸ ਲਈ ਰਾਤ ਦੇ ਪਹਿਰੇ ਦੇ ਸਖਤ ਆਰਡਰ ਸਨ ਅਤੇ ਭਾਈ ਕਰਮ ਸਿੰਘ ਰਾਤ ਦੀ ਡਿਊਟੀ ਤੇ ਸੀ। ਰੈਜੀਮੈਂਟ ਦੇ ਕਮਾਂਡਰ ਉਹਨਾਂ ਪੁਰਾਣੇ ਹਮਦਰਦ ਅੰਗਰੇਜ਼ਾਂ ਦੇ ਸੁਭਾਅ ਦੇ ਸਨ ਜੋ ਕੁਝ ਸਮਾਂ ਹੀ ਪਹਿਲਾਂ ਭਾਰਤ ਆਉਂਦੇ ਰਹੇ ਸਨ ਅਤੇ ਆਪਣੇ ਨਿੱਜੀ ਗੁਣਾਂ ਕਰਕੇ ਆਪਣੇ ਲਈ ਅਤੇ ਅੰਗਰੇਜ਼ ਕੌਮ ਲਈ ਪਿਆਰ ਅਤੇ ਸਤਿਕਾਰ ਜਿੱਤਦੇ ਰਹੇ ਸਨ। ਭਾਈ ਕਰਮ ਸਿੰਘ ਇੱਕ ਸਿਪਾਹੀ ਨਹੀਂ, ਇੱਕ ਸਿੱਖ ਵੀ ਸਨ, ਇੱਕ ਸ਼ਿਸ਼ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਸੀ। ਆਪਣੀ ਡਿਊਟੀ ਉਪਰੰਤ ਉਹ ਕੈਂਪ ਕੋਲ ਦੀ ਲੰਘਦੀ ਪਹਾੜੀ ਨਦੀ ਦੇ ਕੰਢੇ ਇੱਕ ਸਿਲ ਤੇ ਘੰਟਿਆਂ ਬੱਧੀ ਵਿਸਮਾਦ ਦੀ ਅਵਸਥਾ ਵਿੱਚ ਉਸ ਅਦਿਖ ਵਿੱਚ ਲੀਨ ਹੋਇਆਂ ਬੈਠੇ ਰਹਿੰਦੇ। ਦਿਨ ਰਾਤ ਹਰ ਸਾਹ ਨਾਲ ਉਹ ਪਰਮਾਤਮਾ ਦੇ ਗੁਣ ਗਾਉਂਦੇ। ਉਹ ਇੱਕ ਅਜਿਹੇ ਲੋਹੇ ਦੇ ਟੁਕੜੇ ਵਾਂਗ ਉਸ ਮਹਾਨ ਮਿਕਨਾਤੀਸੀ ਸ਼ਕਤੀ ਵੱਲ ਖਿੱਚੇ ਜਾ ਰਹੇ ਸਨ ਜਿਸ ਨੂੰ ਆਪਣੀ ਚੁੰਬਕੀ ਸ਼ਕਤੀ ਦਾ ਉਨਾ ਚਿਰ ਗਿਆਨ ਨਹੀਂ ਹੁੰਦਾ ਜਿੰਨਾ ਚਿਰ ਉਹ ਆਪਣੇ ਚੁੰਬਕ ਤੋਂ ਅੱਡ ਨਹੀਂ ਹੁੰਦਾ। ਭਾਈ ਕਰਮ ਸਿੰਘ ਦਾ ਜੀਵਨ ਕਈਆਂ ਸਾਲਾਂ ਤੋਂ ਹੀ ਇਸ ਤਰ੍ਹਾਂ ਦਾ ਸੀ। ਜਦੋਂ ਕਦੇ ਵੀ ਉਹਨਾਂ ਨੂੰ ਖਿੱਚ ਪੈਂਦੀ ਉਹ ਆਪਣਾ ਆਪ ਭੁੱਲ ਜਾਂਦੇ ਅਤੇ ਕਈ ਵਾਰੀ ਨਦੀ ਕੰਢੇ ਅਤੇ ਕਦੀ ਆਪਣੀ ਬੈਰਕ ਦੇ ਕਮਰੇ ਦੀ ਕੰਧ ਨਾਲ ਬੈਠੇ ਹੀ ਅੰਤਰ ਧਿਆਨ ਹੋ ਜਾਂਦੇ।
ਉਹਨਾਂ ਬਾਹਰਲੀ ਚੌਕੀ ਦੇ ਡਿਊਟੀ ਦੇ ਦਿਨਾਂ ਵਿੱਚ ਹੀ ਭਾਈ ਕਰਮ ਸਿੰਘ ਆਪਣੇ ਅੰਦਰਲੇ ਪਰਮ ਸੁਖ ਦੇ ਡੂੰਘੇ ਪਾਣੀਆਂ ਵਿੱਚ ਲੈ ਚੁੱਕੇ ਸਨ। ਭਾਈ ਕਰਮ ਸਿੰਘ ਕਈ ਸਾਲ ਸਿਪਾਹੀ ਰਹੇ। ਉਹਨਾਂ ਦੇ ਅਫਸਰਾਂ ਤੇ ਸਾਥੀਆਂ ਨੇ ਬਹੁਤ ਕੁਝ ਅਣਗੌਲਿਆਂ ਕੀਤਾ, ਪਰ ਜਿਵੇਂ ਸਮਾਂ ਲੰਘਦਾ ਗਿਆ ਉਹਨਾਂ ਦੀ ਆਪਣੀ ਡਿਊਟੀ ਤੇ ਹਾਜ਼ਰੀ ਮੌਜ ਨਾਲ ਹੀ ਹੁੰਦੀ, ਕਿਉਂਕਿ ਉਹਨਾਂ ਆਪਣੀ ਅੰਤਰਾਤਮਾ ਦੀ ਦੁਨੀਆ ਨਾਲ ਸਾਂਝ ਪਾ ਲਈ ਸੀ। ਉਹ ਬਾਹਰਲੀ ਦੁਨੀਆ ਨਾਲ ਨਿਭਾਉਣ ਤੋਂ ਅਸਮਰੱਥ ਹੁੰਦੇ ਜਾਂਦੇ ਸਨ। ਜੋ ਲੋਕ ਆਪਣੀ ਨਿੱਤਾ ਪ੍ਰਤੀ ਦੀ ਸਾਧਾਰਨ ਡਿਊਟੀ ਨਿਭਾਉਣ ਵਿੱਚ ਹੀ ਖੁਸ਼ ਸਨ ਅਤੇ ਭਾਈ ਕਰਮ ਸਿੰਘ ਜੀ ਨਾਲ ਲੱਗਦੇ ਸਨ, ਉਹ ਕਮਾਂਡਰ ਕੋਲ ਸ਼ਿਕਾਇਤਾਂ ਲਾਉਣ ਲੱਗ ਪਏ। ਉਹ ਕਹਿੰਦੇ ਕਿ ਭਾਈ ਕਰਮ ਸਿੰਘ ਉਹ ਕੁਝ ਨਹੀਂ ਜੋ ਤੁਸੀਂ ਸਮਝਦੇ ਹੋ। ਨਾ ਤਾਂ ਉਹ ਸੰਤ ਆਦਮੀ ਹੈ ਅਤੇ ਨਾ ਹੀ ਉਹ ਇੱਕ ਚੰਗਾ ਸਿਪਾਹੀ ਹੈ। ਉਹਨਾਂ ਦੱਸਿਆ ਕਿ ਉਸਨੂੰ ਦਰਿਆ ਕੰਢੇ ਜਾ ਕੇ ਰੱਬ ਵਿੱਚ ਲੀਨ ਹੋਣ ਦੀ ਆਦਤ ਹੈ ਅਤੇ ਉਹ ਮੁੜ ਆਪਣੀ ਡਿਊਟੀ ਤੇ ਆਉਣਾ ਹੀ ਭੁੱਲ ਜਾਂਦਾ ਹੈ। ਪਰ ਜਦੋਂ ਕਦੇ ਪੜਤਾਲ ਕੀਤੀ ਜਾਂਦੀ ਉਹ ਸਦਾ ਆਪਣੀ ਥਾਂ ਤੇ ਹੁੰਦਾ ਤੇ ਇਸ ਤਰ੍ਹਾਂ ਸ਼ਿਕਾਇਤੀ ਪੰਬਲ ਪੂਸੇ ਵਿੱਚ ਪੈ ਜਾਂਦੇ। ਇੱਕ ਰਾਤ ਲਗਭਗ ਸਵੇਰੇ 3 ਵਜੇ ਭਾਈ ਕਰਮ ਸਿੰਘ ਦਰਿਆ ਤੋਂ ਵਾਪਸ ਆਪਣੀ ਬੈਰਕ ਵਿੱਚ ਆਏ ਅਤੇ ਆਪਣੇ ਟਰੰਕ ਵਿੱਚੋਂ ਆਪਣੀ ਵਰਦੀ ਕੱਢਣ ਲੱਗੇ, ਕਿਉਂਕਿ ਉਹ ਉਸ ਰਾਤ ਆਪਣੀ ਡਿਊਟੀ ਤੇ ਹਾਜ਼ਰ ਨਹੀਂ ਸੀ ਹੋ ਸਕੇ। ਇਸ ਲਈ ਵਰਦੀ ਪਾ ਕੇ ਆਪਣੇ ਕਮਾਂਡਰ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਸਨ ਤਾਂ ਜੋ ਉਹਨਾਂ ਨੂੰ ਆਪਣੀ ਅਣਗਹਿਲੀ ਦੀ ਸਜ਼ਾ ਮਿਲ ਸਕੇ। ਉਹਨਾਂ ਨੂੰ ਆਪਣਾ ਕਸੂਰ ਪਤਾ ਸੀ। ਉਹਨਾਂ ਇੱਕ ਚੰਗੇ ਸਿਪਾਹੀ ਦੀ ਤਰ੍ਹਾਂ ਆਪਣੇ ਆਪ ਨੂੰ ਸਜ਼ਾ ਲਈ ਪੇਸ਼ ਕਰਨ ਦਾ ਫੈਸਲਾ ਕਰ ਲਿਆ, ਪਰ ਐਨੇ ਵਿੱਚ ਉਹਨਾਂ ਦੀ ਫਿਰ ਸਮਾਧੀ ਲੱਗ ਗਈ। ਸਮਾਧੀ ਖੁੱਲੀ ਤਾਂ ਦਿਨ ਚੜ੍ਹ ਆਇਆ। ਉਹਨਾਂ ਦੇ ਲਾਗੇ ਪਏ ਸਿਪਾਹੀਆਂ ਨੇ ਬੁਰਾ ਭਲਾ ਕਿਹਾ ਕਿ ਨਾ ਤਾਂ ਉਹ ਸਾਰੀ ਰਾਤ ਆਪ ਸੁੱਤਾ ਹੈ ਅਤੇ ਨਾ ਹੀ ਉਹਨਾਂ ਨੂੰ ਸੌਣ ਦਿੱਤਾ ਹੈ। ਉਸਨੇ ਸਾਰੀ ਰਾਤ ਹੀ ਆਪਣਾ ਟਰੰਕ ਖੋਲ੍ਹਦੇ ਅਤੇ ਬੰਦ ਕਰਦੇ ਨੇ ਉਹਨਾਂ ਦੀ ਨੀਂਦ ਹਰਾਮ ਕੀਤੀ ਸੀ। ਭਾਈ ਕਰਮ ਸਿੰਘ ਨੇ ਵਰਦੀ ਪਾਈ ਅਤੇ ਸਿੱਧਾ ਆਪਣੇ ਕਮਾਂਡਰ ਦੇ ਤੰਬੂ ਵੱਲ ਚਲਾ ਗਿਆ। ਉਹਨਾਂ ਆਪਣੀ ਡਿਊਟੀ ਤੋਂ ਕੁਤਾਹੀ ਦੀ ਸਜ਼ਾ ਪਾਉਣ ਦਾ ਮਨ ਬਣਾ ਲਿਆ ਸੀ। ਕਮਾਂਡਰ ਭਾਈ ਕਰਮ ਸਿੰਘ ਨੂੰ ਮੁਸਕਰਾ ਕੇ ਮਿਲੇ ਅਤੇ ਮਿਲਟਰੀ ਸਲੂਟ ਪ੍ਰਵਾਨ ਕਰਨ ਉਪਰੰਤ ਕਹਿਣ ਲੱਗੇ, ਹਾਂ ਭਾਈ ਕਰਮ ਸਿੰਘ, ਹਮ ਬਹੁਤ ਖੁਸ਼ हैं। ਲੋਕ ਸ਼ਿਕਾਇਤ ਕਰਦੇ ਨੇ ਕਿ ਤੁਸੀਂ ਇੰਨੇ ਧਾਰਮਿਕ ਖਿਆਲਾਂ ਦੇ ਹੋ ਗਏ ਹੋ ਕਿ ਸਿਪਾਹੀ ਦੀ ਡਿਊਟੀ ਨਿਭਾਉਣ ਦੇ ਕਾਬਲ ਨਹੀਂ ਰਹੇ, ਪਰ ਉਹ ਸਭ ਗਲਤ ਹਨ। ਮੈਂ ਤੈਨੂੰ ਕਦੇ ਵੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਦੇਖਿਆ। ਮੈਂ ਆਪ ਜਾਂਦਾ ਰਿਹਾ ਹਾਂ ਅਤੇ ਤੈਨੂੰ ਉੱਥੇ ਦੇਖਦਾ ਰਿਹਾ ਹਾਂ। ਮੈਂ ਤੈਨੂੰ 3 ਵਾਰੀ ਬੁਲਾਇਆ ਤੇ 3 ਵਾਰੀ ਤੂੰ ਉੱਤਰ ਦਿੱਤਾ। ਹਮ ਬਹੁਤ ਖੁਸ਼ ਹੈ। ਤੁਹਾਡੇ ਵਿਰੁੱਧ ਹੋਈਆਂ ਸਾਰੀਆਂ ਸ਼ਿਕਾਇਤਾਂ ਝੂਠੀਆਂ ਸਨ। ਭਾਈ ਕਰਮ ਸਿੰਘ ਉਸ ਰਾਤ ਠੀਕ ਹੀ ਆਪਣੀ ਡਿਊਟੀ ਤੇ ਨਹੀਂ ਸਨ, ਪਰ ਕਮਾਂਡਰ ਨੇ ਉਸ ਨੂੰ ਉੱਥੇ ਪਾਇਆ ਸੀ। ਭਾਈ ਕਰਮ ਸਿੰਘ ਨੇ ਆਪਣੇ ਦਿਲ ਵਿੱਚ ਹੀ ਸੋਚਿਆ ਕਿ ਜਦੋਂ ਉਹ ਨਦੀ ਕੰਢੇ ਪ੍ਰਭੂ ਦੇ ਪਵਿੱਤਰ ਚਰਨਾਂ ਵਿੱਚ ਮੰਤਰ ਮੁਗਧ ਹੋਇਆ ਬੈਠਾ ਸੀ ਤਾਂ ਉਹਨਾਂ ਦੇ ਗੁਰੂ ਉਹਨਾਂ ਦੀ ਥਾਂ ਡਿਊਟੀ ਦੇਣ ਲਈ ਬਹੁੜੇ ਸਨ। ਭਾਈ ਕਰਮ ਸਿੰਘ ਜਾਣਦੇ ਸਨ ਕਿ ਇਹ ਪ੍ਰਭੂ ਆਪ ਹੀ ਸੀ। ਸਾਹਿਬ, ਭਾਈ ਕਰਮ ਸਿੰਘ ਕਹਿਣ ਲੱਗੇ, ਉਹ ਮੈਂ ਨਹੀਂ ਸਾਂ। ਮੈਂ ਪਿਛਲੀ ਰਾਤ ਡਿਊਟੀ ਤੇ ਨਹੀਂ ਸੀ। ਮੈਂ ਤਾਂ ਆਪਣੇ ਵਿਰੁੱਧ ਆਪ ਸ਼ਿਕਾਇਤ ਕਰਨ ਆਇਆ ਹਾਂ ਅਤੇ ਮੈਂ ਜੋ ਤੁਸੀਂ ਦਿਓ ਸਜ਼ਾ ਲੈਣ ਨੂੰ ਤਿਆਰ ਹਾਂ। ਨਹੀਂ ਕਰਮ ਸਿੰਘ, ਨਹੀਂ, ਕਮਾਂਡਿੰਗ ਆਫੀਸਰ ਨੇ ਕਿਹਾ। ਮੈਂ ਆਪਣੇ ਰਾਤ ਦੇ ਦੌਰੇ ਤੇ ਤੈਨੂੰ ਖੁਦ ਚੌਕੀ ਤੇ ਪਹਿਰਾ ਦਿੰਦੇ ਦੇਖਿਆ ਸੀ। ਮੈਂ 3 ਵਾਰੀ ਤੇਰੀ ਆਵਾਜ਼ ਸਪਸ਼ਟ ਸੁਣੀ ਸੀ। ਮੈਂ ਜਾਣ ਬੁੱਝ ਕੇ ਰਾਤ ਦੀ ਗਸ਼ਤ ਤੇ ਗਿਆ ਸੀ, ਇਹ ਦੇਖਣ ਲਈ ਕਿ ਹੋਰ ਕੋਈ ਆਪਣੀ ਥਾਂ ਤੇ ਸੀ ਜਾਂ ਨਹੀਂ। ਤੈਨੂੰ ਮੈਂ ਉੱਥੇ ਦੇਖਿਆ ਸੀ। ਜਨਾਬ, ਫਿਰ ਉਹ ਮੈਂ ਨਹੀਂ ਸੀ। ਤੁਸੀਂ ਮੇਰੇ ਗੁਰੂ ਨੂੰ ਦੇਖਿਆ ਹੋਣਾ ਹੈ। ਇਹ ਮੇਰਾ ਪ੍ਰਭੂ ਸੀ ਜੋ ਨਮੋਸ਼ੀ ਤੋਂ ਬਚਾਉਣ ਲਈ ਮੇਰੀ ਥਾਂ ਪਹਿਰਾ ਦਿੰਦਾ ਰਿਹਾ। ਜਨਾਬ, ਹੁਣ ਤੋਂ ਮੈਂ ਉਸ ਦੇ ਦਰ ਤੇ ਪਹਿਰਾ ਦੇਵਾਂਗਾ। ਤੁਸੀਂ ਮੇਰੇ ਤੇ ਬੜੇ ਮਿਹਰਬਾਨ ਰਹੇ ਹੋ। ਪਰਮਾਤਮਾ ਤੁਹਾਡਾ ਭਲਾ ਕਰੇ। ਜਨਾਬ, ਕਰਮ ਸਿੰਘ ਨੇ ਕਿਹਾ ਅਤੇ ਸਦਾ ਲਈ ਬੰਦੂਕ ਤਿਆਗ ਦਿੱਤੀ। ਭਾਈ ਕਰਮ ਸਿੰਘ ਉੱਥੋਂ ਜਾ ਕੇ ਹੋਤੀ ਦੇ ਕੋਲ ਇੱਕ ਗੁਫਾ ਵਿੱਚ ਰਹਿਣ ਲੱਗੇ। ਬਹਾਰ ਤੇ ਆਏ ਸੰਗਤਰੇ ਦੇ ਬੂਟੇ ਦੀ ਸੁਗੰਧੀ ਦੀ ਤਰ੍ਹਾਂ ਉਹਨਾਂ ਦੀ ਇੱਕ ਸਿੱਖ ਸੰਤ ਵਜੋਂ ਕੀਰਤੀ ਦੂਰ ਦੂਰ ਤੱਕ ਫੈਲ ਗਈ।
ਉਹ ਪਹਿਲਾਂ ਦੀ ਤਰ੍ਹਾਂ ਹੀ ਅੰਤਰ ਧਿਆਨ ਰਹਿੰਦੇ। ਉਹ ਸਦਾ ਹੀ ਉਸ ਮਹਾਨ ਚੁੰਬਕੀ ਸ਼ਕਤੀ ਵੱਲ ਖਿੱਚੇ ਰਹਿੰਦੇ ਜਿਸ ਨੂੰ ਉਹਨਾਂ ਤੋਂ ਬਿਨਾਂ ਕੋਈ ਹੋਰ ਨਹੀਂ ਸੀ ਦੇਖ ਸਕਦਾ। ਆਸ-ਪਾਸ ਦੇ ਇਲਾਕੇ ਦੇ ਹਿੰਦੂ ਅਤੇ ਸਿੱਖ ਉਹਨਾਂ ਦੀ ਆਰਾਧਨਾ ਕਰਦੇ। ਪਠਾਨ ਅਤੇ ਕਬਾਇਲੀ ਵੀ ਉਹਨਾਂ ਦਾ ਇੱਕ ਮਹਾਨ ਵਲੀ ਵਜੋਂ ਸਤਿਕਾਰ ਕਰਦੇ ਸਨ, ਜਿਸ ਦੀ ਮਿਹਰ ਨਾਲ ਮੰਗੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਸਨ। ਬਾਅਦ ਵਿੱਚ ਭਾਈ ਕਰਮ ਸਿੰਘ ਦੀ ਹਜ਼ੂਰੀ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਲੱਗੀ ਰਹਿੰਦੀ ਅਤੇ ਅਟੁੱਟ ਲੰਗਰ ਵਰਤਦਾ ਰਹਿੰਦਾ। ਲੋਕ ਕਈ ਆਸਾਂ ਲੈ ਆਉਂਦੇ, ਸੰਤਾਂ ਦੇ ਦਰਸ਼ਨ ਕਰਦੇ ਅਤੇ ਵਾਪਸ ਚਲੇ ਜਾਂਦੇ। ਜਿਨ੍ਹਾਂ ਭਾਵਨਾਵਾਂ ਨਾਲ ਲੋਕ ਆਉਂਦੇ ਉਹ ਕਿਸੇ ਤਰ੍ਹਾਂ ਪੂਰੀਆਂ ਹੋ ਜਾਂਦੀਆਂ। ਉਹ ਮੁੜ ਸ਼ੁਕਰਾਨੇ ਵਜੋਂ ਲੰਗਰ ਲਈ ਖਚਰਾਂ ਲੱਦ ਕੇ ਭੇਟਾ ਲਿਆਉਂਦੇ। ਇਸ ਤਰ੍ਹਾਂ ਸੰਤਾਂ ਦਾ ਲੰਗਰ ਚਲਾਉਂਦੀਆਂ ਰਹਿੰਦੀਆਂ ਅਤੇ ਲੋਕ ਛਕਦੇ ਰਹਿੰਦੇ। ਲੋਕ ਸੰਤਾਂ ਦੁਆਲੇ ਜੁੜੇ ਰਹਿੰਦੇ। ਉਹ ਬਹੁਤ ਸਮਾਂ ਇਕਾਂਤ ਭੋਰੇ ਵਿੱਚ ਰਹਿੰਦੇ ਸਨ। ਉਹ ਬਹੁਤ ਹੀ ਗਹਿਰ ਗੰਭੀਰ ਸਨ। ਉਹਨਾਂ ਦੀ ਆਪਣੀ ਕੋਈ ਤਮੰਨਾ ਨਹੀਂ ਸੀ। ਇਸ ਜੰਗਲ ਵਿੱਚ ਲੋਕਾਂ ਦੇ ਖੁਸ਼ੀਆਂ ਭਰੇ ਗੀਤਾਂ ਨੇ ਮੰਗਲ ਲਾ ਦਿੱਤਾ ਸੀ। ਇੱਕ ਦਹਾਕਾ ਤਾਂ ਲੋਕ ਇੱਥੇ ਤੀਰਥਾਂ ਵਾਂਗ ਯਾਤਰਾ ਤੇ ਆਉਂਦੇ ਰਹੇ। ਉਸ ਦੇ ਮਰਨ ਤੇ ਸਭ ਕੁਝ ਖਤਮ ਹੋ ਗਿਆ। ਲੋਕ ਹੈਰਾਨ ਹੁੰਦੇ ਸਨ ਕਿ ਭਾਈ ਕਰਮ ਸਿੰਘ ਦੇ ਹੁੰਦਿਆਂ ਉੱਥੇ ਕੀ ਹੁੰਦਾ ਸੀ ਅਤੇ ਉਹਨਾਂ ਦੇ ਚਲੇ ਜਾਣ ਨਾਲ ਉੱਥੋਂ ਕੀ ਖਤਰਾ ਹੋ ਗਿਆ ਸੀ। ਚਹਿਲ ਪਹਿਲ ਪਹਿਲੀ ਨਹੀਂ ਸੀ ਰਹੀ। ਹੁਣ ਨੂਰਾਨੀ ਚਿਹਰਿਆਂ ਵਾਲੇ ਲੋਕ ਉੱਥੇ ਨਹੀਂ ਸਨ ਜੁੜਦੇ। ਲੰਗਰ ਚਾਲੂ ਨਾ ਰਹਿ ਸਕਿਆ। ਜਿੱਥੇ ਪਹਿਲਾਂ ਜ਼ਿੰਦਗੀ ਦੀ ਸਾਦਗੀ ਧੜਕਦੀ ਹੁੰਦੀ ਸੀ, ਹੁਣ ਉੱਥੇ ਉਦਾਸ ਅਤੇ ਨੀਰਸ ਰੂਟੀਨ ਸੀ। ਉਸ ਦਾ ਥਾਂ ਦਾ ਮੌਲ ਦਾ ਚਮਤਕਾਰ ਅਲੋਪ ਹੋ ਗਿਆ ਸੀ। ਹਾਂਜੀ, ਫਿਰ ਦੁਹਰਾ ਦੇਈਏ, ਉਸ ਦੇ ਮਰਨ ਤੇ ਸਭ ਕੁਝ ਖਤਮ ਹੋ ਗਿਆ। ਲੋਕ ਹੈਰਾਨ ਹੁੰਦੇ ਸਨ ਕਿ ਭਾਈ ਕਰਮ ਸਿੰਘ ਦੇ ਹੁੰਦੇ ਉੱਥੇ ਕੀ ਹੁੰਦਾ ਸੀ ਅਤੇ ਉਹਨਾਂ ਦੇ ਚਲੇ ਜਾਣ ਨਾਲ ਉੱਥੇ ਕੀ ਖਤਰਾ ਹੋ ਗਿਆ। ਚਹਿਲ ਪਹਿਲ ਪਹਿਲੀ ਨਹੀਂ ਸੀ ਰਹੀ। ਹੁਣ ਨੂਰਾਨੀ ਚਿਹਰਿਆਂ ਵਾਲੇ ਲੋਕ ਉੱਥੇ ਨਹੀਂ ਸਨ ਜੁੜਦੇ। ਲੰਗਰ ਚਾਲੂ ਨਾ ਰਹਿ ਸਕਿਆ। ਜਿੱਥੇ ਪਹਿਲਾਂ ਜ਼ਿੰਦਗੀ ਦੀ ਸਾਦਗੀ ਧੜਕਦੀ ਹੁੰਦੀ ਸੀ, ਹੁਣ ਉੱਥੇ ਉਦਾਸ ਅਤੇ ਨੀਰਸ ਰੂਟੀਨ ਸੀ। ਉਸ ਥਾਂ ਦਾ ਮੌਲਾ ਚਮਤਕਾਰ ਅਲੋਪ ਹੋ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ